सतनाम आदि जुगाद सब सत रविदास सत कह समहे टिकवै नाहि असत रविदास सोए सूरा भला जो लरै धर्म के हेत पुरजा कट मरै कब हो न छाड़े खेत। जो इंसान एक जगह ते टिक जाए, जो इंसान अपनी हौमे, अपनी ईगो, अपनी मैं नूं सतगुरां दे चरनां दे विच समर्पित करके निवण सो अखर खवण गुण जिहबा मणिया मंत ई त्रै वैणे वेस कर तो वस आवै कंत। ऐसी मन दी भावना बना लवे, अपने आप नूं निमरता दा धारनी, निमरता नूं धारण कर लवे। गुरु प्रेमियों, ओही इंसान इस संसार दे विच सत दा बोध प्राप्त करता है, सच नूं जानदा है। आप जी ने देखिया ही होना कि जिस तरह दुध दे अंदर आपां जम्मण लगाउंदे हां, उस नूं काढ़न तो बाद और उस जम्मण दे नाल वो दुध जिहड़ा दही दे विच परिवर्तन हो जाता है, बदल जाता है। ते जदों आपां दही दा मंथन करदे हां तां उस दे विचों मक्खण अलग हो जाता है और लस्सी अलग हो जाती है। ते फिर आपां उस मक्खण नूं अगर अग्नि का ताप देंदे हाँ तां ओह घिओ विच परिवर्तित हो जाता है। और गुरु प्रेमियों, हुण इन्हां गल्लां दे विच सानूं एक समानता मिलती है। रंग दुध दा भी चिट्टा है ते रंग दही दा भी चिट्टा है, ते रंग मक्खण दा भी चिट्टा है ते रंग घिओ दा भी चिट्टा है। भाव दुध दा मुल, उस तो बाद दही दा मुल, उस तो बाद मक्खण दा मुल, क्रीम दा मुल ते उस तो बाद घिओ दा मुल, मुल दे विच परिवर्तन आ गया है। 10, 20, 40 और 50 भाव मुल वधदा गया है। ते जो इंसान अपने आप नूं एक जगह ते टिका के रखदा है, जो इंसान अपने मन नूं नहीं भटकाउंदा, जो अपने निजी हित वास्ते अपने लोकां नूं, अपने समाज नूं नहीं त्यागदा, जो इंसान सतगुरु रविदास महाराज जी दी अमृतमयी अमृत बाणी दे नाल जुड़ के उस तो कदे बेमुख नहीं हुंदा, वो इंसान निरंतर एक रंग दे विच हुंदा है। ते गुरु प्यारिओ, फिर कीमत भी उस इंसान दी ही पैंदी है। भाव जिसने अपने निजी स्वार्थ के कारण कदे भी
ਆਪਣੇ ਮਿਸ਼ਨ ਤੋਂ ਬੇਮੁਖ ਨਾ ਹੋਇਆ ਹੋਵੇ, ਆਪਣੇ ਸਮਾਜ ਤੋਂ ਬੇਮੁਖ ਨਾ ਹੋਇਆ ਹੋਵੇ, ਜਿਸ ਨੇ ਮਨ ਦੇ ਵਿੱਚ ਸਮਾਜ ਦੇ ਕਲਿਆਣ ਵਾਸਤੇ ਆਪਣਾ ਜੀਵਨ ਅਰਪਿਤ ਕਰ ਦਿੱਤਾ ਹੋਏ, ਇਹੋ ਜਿਹੇ ਇਨਸਾਨ ਨੂੰ ਸਤਿਗੁਰਾਂ ਦੀ ਬਾਣੀ ਸੰਤ ਆਖਦੀ ਹੈ, ਸਾਧ ਆਖਦੀ ਹੈ। ਤੇ ਇਹੋ ਜਿਹਾ ਇਨਸਾਨ ਕੋਟਨ ਮਹਿਕੋ ਨਾਰਾਇਣ ਜਹ ਚੀਤ। ਕਰੋੜਾਂ ਵਿੱਚੋਂ ਕੋਈ ਇੱਕ ਸੂਰਮਾ ਹੈ ਜਿਹੜਾ ਆਪਣੇ ਆਪ ਨੂੰ ਸਟੇਬਲ ਰੱਖਦਾ ਹੈ, ਆਪਣੇ ਆਪ ਨੂੰ ਇਕਾਗਰ ਰੱਖਦਾ ਹੈ। ਅਨਿਆਥਾ ਸਾਡੇ ਵਰਗੇ ਇਨਸਾਨ ਤਾਂ ਮਤਬਲ ਪ੍ਰਸਤ ਹੈ। ਜੇ ਕਿਤੇ 10 ਰੁਪਏ ਦਾ ਨੁਕਸਾਨ ਹੋ ਗਿਆ ਤਾਂ ਛੱਡ, ਇਹ ਧਰਮ ਦੇ ਲੋਕ ਇਹ ਬੰਦੇ ਨਹੀਂ ਚੰਗੇ, ਦੂਸਰੇ ਦੇ ਵਿੱਚ ਰਲ ਜਾਓ, ਤੇ ਦੂਸਰੇ ਨਹੀਂ ਚੰਗੇ ਵੇ ਤੀਸਰਿਆਂ 'ਚ ਰਲ ਜਾਓ, ਕਿਉਂਕਿ ਅਸੀਂ ਆਪਣੇ ਮਤਲਬ ਦੇ ਨਾਲ ਜੁੜ ਜਾਂਦੇ ਹਾਂ। ਪਰ ਗੁਰੂ ਪਿਆਰਿਓ, ਜਿਹੜਾ ਆਪਣੇ ਮਤਲਬਾਂ ਤੋਂ ਉੱਪਰ ਉੱਠ ਕੇ, ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਅੰਮ੍ਰਿਤ ਧਾਰਾ ਨੂੰ ਸਮਰਪਿਤ ਹੁੰਦਾ ਹੈ, ਉਹੀ ਇਨਸਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਲਈ ਕਦੇ ਵੀ ਆਪਣੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਕਦੇ ਬੇਮੁਖ ਮਤ ਹੋਣਾ, ਕਿਉਂਕਿ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਸ ਲਈ ਇਹ ਸਾਨੂੰ ਸੰਸਾਰ ਦੇ ਪਦਾਰਥ ਉਨਾ ਚਿਰ ਹੀ ਚੰਗੇ ਲੱਗਣਗੇ ਜਿੰਨਾ ਚਿਰ ਅਸੀਂ ਆਪਣੇ ਸਮਾਜ ਨਾਲ ਖੜੇ ਹਾਂ, ਜਿੰਨਾ ਚਿਰ ਅਸੀਂ ਆਪਣੇ ਗੁਰੂ ਦੇ ਸਿਧਾਂਤ ਤੇ ਖੜੇ ਹਾਂ। ਤੇ ਗੁਰੂ ਪਿਆਰਿਓ, ਜੋ ਇਨਸਾਨ ਇਹਨਾਂ ਸਿਧਾਂਤਾਂ ਨੂੰ ਮੰਨਦਾ ਹੈ, ਜੋ ਇਨਸਾਨ ਇਸ ਵਿਚਾਰਧਾਰਾ ਨੂੰ ਮੰਨਦਾ ਹੈ, ਜੋ ਇਨਸਾਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਫਿਲਾਸਫੀ ਨੂੰ ਮੰਨਦਾ ਹੈ, ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਕਿ ਇਹੋ ਜਿਹਾ ਇਨਸਾਨ ਇੱਕ ਜਗ੍ਹਾ ਤੇ ਟਿਕ ਜਾਂਦਾ ਹੈ। ਤੇ ਜਿਹੜਾ ਇੱਕ ਜਗ੍ਹਾ ਤੇ ਟਿਕਦਾ ਫਲ ਉਸ ਨੂੰ ਹੀ ਲੱਗਦਾ ਹੈ। ਤੇ ਇਹੋ ਜਿਹਾ ਫਲ ਇੱਕ ਜਗ੍ਹਾ ਤੇ ਅਗਰ ਲੱਗਾ ਤਾਂ ਡੇਰਾ ਸੱਚਖੰਡ ਬੱਲਾਂ ਦੇ ਵਿੱਚ ਸੰਤ ਸਤਿਗੁਰੂ ਪਿੱਪਲਦਾਸ ਮਹਾਰਾਜ ਜੀ ਔਰ ਉਹਨਾਂ ਤੋਂ ਬਾਅਦ ਸੰਤ ਸਤਿਗੁਰੂ ਸਰਵਣਦਾਸ ਮਹਾਰਾਜ ਜੀ ਆਦਿਕ ਮਹਾਪੁਰਸ਼ਾਂ ਨੇ ਇੱਕ ਜਗ੍ਹਾ ਤੇ ਇਕਾਗਰ ਹੋ ਕੇ ਉਸ ਧਰਤੀ ਨੂੰ ਭਾਗ ਲਾਏ। ਤੇ ਉਹ ਭਾਗ ਲੱਗਣ ਦੇ ਨਾਲ ਉਸ ਜਗ੍ਹਾ ਤੇ ਉਹ ਭਗਤੀ ਦਾ ਬੂਟਾ ਪ੍ਰਫੁੱਲਿਤ ਹੋਇਆ, ਉਹ ਇੱਕ ਨਾਮ ਦਾ ਰਸ ਪੈਦਾ ਹੋਇਆ, ਜਿਸ ਰਸ ਦੇ ਖਿੱਚੇ ਹੋਏ ਮਾਤਾ ਜੀਤ ਕੌਰ ਦੇ ਸਪੁੱਤਰ ਰਾਮਾਨੰਦ ਜੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖਿੱਚੇ ਚਲੇ ਆਉਂਦੇ ਹਨ। ਔਰ ਉਹ ਨਾਮ ਦਾ ਰਸ, ਉਹ ਨਾਮ ਦੀ ਬਰਕਤ, ਉਹ ਸਤ ਦਾ ਬੋਧ, ਉਹ ਗਿਆਨ ਲੈਣ ਵਾਸਤੇ ਸਤਿਗੁਰਾਂ ਦੀ ਸ਼ਰਨਾਗਤ ਹੋਏ ਸੰਤ ਰਾਮਾਨੰਦ ਜੀ। ਗੁਰੂ ਪਿਆਰਿਓ, ਜਦੋਂ ਇੱਕ ਵਾਰ ਡੇਰੇ ਵਿੱਚ ਆ ਗਏ ਤਾਂ ਫਿਰ ਪਿੱਛਾ ਮੁੜ ਕੇ ਨਹੀਂ ਦੇਖਿਆ। ਤੇ ਸਮਰਪਿਤ ਹੈ, ਤਿਆਗ ਹੈ। ਅਗਰ ਇਹ ਜੀਵਨ, ਅਗਰ ਗੁਰੂ ਰਵਿਦਾਸ ਜੀ ਦੇ ਜੀਵਨ ਦੇ ਵਿੱਚੋਂ ਇਹ ਝਲਕ ਮਿਲਦੀ ਹੈ ਕਿ ਮਾਇਆ ਦੇ ਤਿਆਗੀ ਹੈ, ਤਾਂ ਗੁਰੂ ਪਿਆਰਿਓ, ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਮਿਸ਼ਨ ਤੇ ਚੱਲਣ ਵਾਲੇ ਸੰਤ ਰਾਮਾਨੰਦ ਜੀ ਵੀ ਤਿਆਗੀ ਹੈ। ਕਿਉਂਕਿ ਜਦੋਂ ਦੇਖਦੇ ਅਸੀਂ, ਮੈਂ ਵਿਦੇਸ਼ਾਂ ਵਿੱਚ ਵੀ ਦੇਖਿਆ ਕਿ ਜਿੱਥੇ ਕੋਈ ਚੜਾਵਾ ਚੜ੍ਹਦਾ ਹੈ, ਕੋਈ ਪੈਸਾ ਚੜ੍ਹਦਾ ਹੈ, ਤਾਂ ਉੱਥੇ ਦੀ ਹੀ ਕਮੇਟੀ ਨੂੰ ਦੇ ਆਉਂਦੇ ਸੀ। ਔਰ ਗੁਰੂ ਪਿਆਰਿਓ, ਸਮਾਜ ਦੇ ਭਲੇ ਵਾਸਤੇ ਉਹਨਾਂ ਮਹਾਪੁਰਸ਼ਾਂ ਨੇ ਕਿੰਨੀ ਘਾਲਣਾ ਘਾਲੀ, ਆਪਣੇ ਸਰੀਰਕ ਪਰਿਸ਼ਰਮ ਕਰਕੇ, ਸਰੀਰਕ ਤਪੱਸਿਆ ਕਰਕੇ, ਸਰੀਰ ਦੇ ਨਾਲ ਮਿਹਨਤ ਕਰਕੇ ਗੁਰੂ ਪ੍ਰੇਮੀਓ ਸਾਨੂੰ ਇੰਨਾ ਸੋਹਣਾ ਅੱਖਾਂ ਦਾ ਹਸਪਤਾਲ ਦਿੱਤਾ ਹੈ ਤੇ ਇੰਨਾ ਸੋਹਣਾ ਸੰਤ ਸਮਾਗਮ ਕਰਨ ਵਾਸਤੇ ਉੱਥੇ ਹਾਲ ਬਣਵਾਇਆ। ਇਹੋ ਜਿਹੇ ਇਨਸਾਨ ਉਸ ਸੰਤ ਪਦਵੀ ਨੂੰ ਪ੍ਰਾਪਤ ਕਰਕੇ, ਨਾਮ ਦੇ ਨਾਲ ਜੁੜ ਕੇ ਸਤ ਦਾ ਬੋਧ ਤੇ ਆਪ ਸਤ ਦਾ ਬੋਧ ਹੋਣ ਤੋਂ ਬਾਅਦ ਲੋਕਾਂ ਨੂੰ ਸਤ ਦਾ ਸੰਦੇਸ਼ ਦਿੰਦੇ। ਤੇ ਗੁਰੂ ਪਿਆਰਿਓ, ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹੋ ਜਿਹੇ ਮਹਾਪੁਰਸ਼ਾਂ ਦੇ ਵਿਸ਼ੇ ਵਿੱਚ ਕੀ ਆਖਦੇ ਹਨ ਕਿ ਇਹਨਾਂ ਨੂੰ ਸੰਤ ਕਿਹਾ ਜਾਂਦਾ ਹੈ। ਇਸ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ, ਸੰਤ ਤੁਝੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਤੁਝੀ ਤਨ ਸੰਗਤ ਪ੍ਰਾਨ, ਸੰਤ ਤੁਝੀ ਤਨ ਸੰਗਤ ਪ੍ਰਾਨ,
सतगुर ज्ञान जानै संत देवा देव। सतगुर ज्ञान जानै संत देवा देव। संत तुझी तन संगत प्राण। संत तुझी तन संगत प्राण। सतगुर ज्ञान जानै संत देवा देव। सतगुर ज्ञान जानै संत देवा देव। संत तुझी तन संत जी संगत संत कथा रस। संत प्रेम मजै दीजै देवा देव। संत प्रेम मजै दीजै देवा देव। संत तुझी तन संगत प्राण। संत तुझी तन संगत प्राण। सतगुर ज्ञान जानै संत देवा देव। 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 संत तुझी तन संत आचरण संत चो मार्ग। संत आचरण संत चो मार्ग। संत जियो लगण ओलघणी। संत जियो लगण ओलघणी। संत तुझी तन संगत प्राण। संत तुझी तन संगत प्राण। सतगुर ज्ञान जानै संत देवा देव। सतगुर ज्ञान जानै संत देवा देव। संत तुझी तन तुझी तन संगत प्राण। सतगुर ज्ञान जानै संत देवा देव। गुरु प्रेमियों, संत उस रब दा, उस अकाल पुरख दा शरीर है, तन है, ते ये जड़ी संगत है, ये उस अकाल पुरख और परमात्मा दे प्राण है। ते हुण शरीर तो बिना प्राण किसे काम दे नहीं, ते प्राणा तो बिना शरीर किसे काम दा नहीं। इसलिए गुरु प्रेमियों, सानू अपने शरीर की भी संभाल करनी चाहिए है, ते सानू अपने श्वासां नू भी साधना करनी चाहिए है, श्वासां की भी कदर करनी चाहिए है।
क्योंकि श्वासां दे नाल ही शरीर दी वैल्यू है। और इसी तरह एक संत दी पहचान संगत दे नाल है ते संगत दी पहचान एक संत दे नाल है। ते गुरु प्यारिओ, संत दया दी मूरत हुंदे हन। संत किसी दे अवगुण अपने मन च नहीं धरदे। जो संत किसी दे अवगुणां नूं देखेगा, जो संत किसी नाल ईर्खा करेगा, जो संत संगत दे अंदर फैली हुई ईर्खा नूं देखेगा ते उस दे मन च भी अगर ईर्खा वास कर गई तो समझ लेना कि वह संत उस परम उपाधि तो थले डिग पिया है। क्योंकि ये अवगुण इंसान नूं उस परम सत्ता तो दूर कर देंदे हन। इसलिए अपने इस शरीर नूं संभालण दे लई, संतां नूं संभालण दे लई सानूं सब नूं मिल के कारज करने चाहिए हन। गुरु प्यारिओ, संत दूसरे दा दोष नहीं देखते ते दूसरे दे दोष नूं दूर कर दिंदे हन अपनी किरपा दे द्वारा। इतिहास दे अंदर सब ने चंद्रहांस दा नाम सुनिया होएगा। दो राजे होए हन, एक चंद्र प्रताप ते एक चंद्रहांस। इतिहास दी ये जिक्र है कि जदों चंद्रहांस बचपन दे विच, गुरु प्यारिओ कहंदे बच्चियां नाल खेड रिहा है, तां उस वेले वो चंद्रहांस एक वृक्ष अंब दे वृक्ष तो कहंदे कि अंब उतार रहा है छोटी उम्र दे विच, तां रोड़े मारदे है बच्चे। तो उधरों सतगुरु दास महाराज जी, सतगुरु कबीर साहिब महाराज जी दी मंडली जा रही है, तो किते वो पत्थर जिहड़ा अंब ते ना वज के सतगुरु दास महाराज जी दे आके वज जांदा है। ते सतगुरु दास महाराज जी अपने रास्ते जाते देखते बच्चों के चेहरे खिड़े होए, पर चंद्रहांस घबरा जाता है। ते चंद्रहांस सतगुरां दे कोल आके बेनती करदा, कहंदे महाराज मेरे कोल गलती हो गई, मैं आप जी नूं ये जान बुझ के पत्थर नहीं मारिया, इसलिए हुण चंद्रहांस अपने मनो डरिया है, मन तो पछतावा कर रहा है क्योंकि मेरे को अपराध हो गया। पछतावे का अर्थ की है कि जदों पछताव मतलब कि पाछे पछताना, कहण दा मतलब कि जदों कोई गलती हो गई तो उसका ताप सानू लगता है, उसनूं कहा जाता है पश्चाताप। बाद विच पछताना, बाद विच उस चीज़ की सोच लैनी। ते इसी तरह जिस समय चंद्रहांस नूं वो सोच आई कि मेरे कोलों गलती हो गई, तो गुरु प्रेमियों चंद्रहांस सतगुरां दे चरनां च बेनती करदा है। तो अगों सतगुरु दास महाराज सहज सुभाए पुछदे, बेटा तैनूं पत्थर मारन दे नाल की प्राप्त होना सी? तो अगों चंद्रहांस आखदा, कहंदे महाराज मैं अंब वृक्ष दे उपर ये पत्थर मारिया कि मैनूं अंब दा फल प्राप्त होई। तो सतगुरु पातशाह कहंदे भाई जे तैनूं अंब दा वृक्ष एक पत्थर खा के भी फल दे सकदा है, तां जा असी भी तैनूं, तैं अज साडे पत्थर मारिया है तां तैनूं असी भी तिन्नां लोकां दी दौलत बख्शिश करदे हां, या तू इस देश दा राजा होएगा। ते गुरु प्यारेमियों सतगुरु दास महाराज जी दी कृपा सदका ही चंद्रहांस राजा धृतराष्ट्र दी, राजा त्रिष्टबुद्धि दी लड़की दे नाल, विष दे नाल, वेश्या दे नाल उस दी शादी हुंदी है ते ओ राजगद्दी ते बैठदा है। क्योंकि साध बचन अटलादा, साध दा बचन टलदा नहीं है। इसलिए साधु संत इन्हां दे कोल जदों भी आना होवे तां मंगना की है, कदे संसारिक दौलतां मत मंगो, संसार दियां जायदादां मत मंगो, विण तो दहोर जे मंगना, सिर दुखां दे दुख, देहे नाम संतोखिया, उतरे मन की भुख। इत्थे आके मन की तृप्ति होए, इत्थे आके मन नूं शांति आए, ऐसी वस्तु मंगो, ओ नाम दी दात मंगो जिस तो ये बरकतां मिलनियां हन। इसलिए सतगुरु दास महाराज जी संत दे परथाए इउं शब्द उच्चारण कर रहे हैं। रविदास पढ़े जो जाने सो जान,
संत अनंत अंतर नाई। संत तुझी तन संगत प्राण, संत तुझी तन संगत प्राण। सतगुर ज्ञान जन संत देवा देव, सतगुर ज्ञान जन संत देवा देव। संत तुझी तन संगत प्राण, संत तुझी तन संगत प्राण। सतगुर ज्ञान जन संत देवा देव, सतगुर ज्ञान जन संत देवा देव, सतगुर ज्ञान जन संत देवा देव। रविदास पढ़े जाने सो जान, संत अनंत है अंतर नाही। संत दे विच ते उस रब दे विच कदे अंतर नहीं है। बस असी अपनी सोच नूं ही सीमित दायरे दे विच बन दिता है। असी अज संत दी परिभाषा नूं नहीं समझ रहे, क्योंकि संत दे अंदर ओ पावर हुंदी है, करतुम अकरतुम अन्यथा करतुम। कीते होए नूं ढा देना ते ढा के दोबारा बना देना, ये संतां नूं उस ईश्वर दी किरपा हुंदी है। क्योंकि संत विच ते रब दे विच फर्क नहीं है। परमात्मा दा नाम है ना करता पुरख। करता पुरख दा अर्थ है कि जो करते दे गुण है उस इंसान दे विच आ जांदे जो उस पुरख दे उस परमात्मा दे नाल जुड़िया होया होवे। गुरु प्रेमियो, संत दी मूरत उस रब दी मूरत हुंदी है। ते गुरु प्रेमियो, सतगुरु पातशाह जी संत दी परिभाषा दसदे, उस्तत निंदिया दौ बिबरजत तजहो मान अभिमाना। लोहा कंचन सम कर जाने तह मूरत भगवाना। कई कह देंगे ना कि देहधारी गुरु नहीं हो सकता, पर यह शब्द इस गल ते प्रतख प्रमाण है कि जिस इंसान दे अंदर ऐसी सोच पैदा हो गई, जो रब नूं मिल गया, जो परमात्मा दी कायनात अंदर प्रकृति दे निज़मां नूं पालन करदा होया जीवन जिउंदा है, कहंदे ओ साक्षात्कार ओ परमात्मा दा रूप है, ओ रब दा रूप है। उन विच आके जिस समय सतगुरु महापुरुषां दी कृपा प्राप्त होई संत रामानंद जी महाराज जियां नूं, कहंदे कि एक बार संत रामानंद जी पिंड बल्लां दे विच किते गए तां रात लेट हो गए। भाव किसे नूं बुलाउण वास्ते गए तां कहंदे उत्थे संत उणींदे सी ते 10 मिनट वास्ते उन्हां दी उत्थे अख लग गई, रेस्ट करन लग पए। तां जदों वापस डेरे विच आए तां महापुरुषां ने पुछया, कहंदे रामा जी कित्थे गए सी? कहंदे महाराज उन्हां नूं बुलाउण वास्ते गए सी आप जी दे सेवादारां नूं। कहंदे लेट क्यों हो गए? कहंदे महाराज उत्थे अख लग गई सी। कहंदे संत दा काम की है अख लाउण दा? संत की ते आराम की। भाव एक साध नूं आराम काहदा है? आया ते साध बनन वास्ते आया, ते संत बनन वास्ते आया, ते संत दे कोल आराम हराम है। संत आराम नहीं कर सकते। ते गुरु प्रेमियों, जिस तरह पानी नहरां दा पानी अपने वहण वहिंदा है, जिस तरह पवन निरंतर चलती है, जिस तरह आकाश तत्व निरंतर सानू सब नू अपने अंदर समेटदा है, जिस तरह पृथ्वी निरंतर 24 घंटे दे विच अपने धुरे दुआले एक चक्कर पूरा कढ़दी है, इसी तरह संत भी निरंतर इस दुनिया दे भले वास्ते हमेशा ही चलते हैं। एहो जे संत रामानंद जी महाराज जिन्हां ने निरंतर चलना सीख लिया है इस संगत, क्योंकि संत का मार्ग धर्म की पौड़ी को वडभागी पाए। संत रामानंद जी उन्हां वडभागियां चों है। किस तरह? एक ते संतां दा मार्ग ले लिया ते दूसरा
ਧਰਮ ਦੇ ਦਿੱਤਾ ਹੈ, ਧਰਮ ਦੀ ਪੌੜੀ ਨੂੰ ਪ੍ਰਾਪਤ ਕਰ ਗਏ ਤੇ ਸਾਡੇ ਲਈ ਇੱਕ ਨਵਾਂ ਧਰਮ ਸਥਾਪਿਤ ਕਰ ਗਏ। ਸਾਨੂੰ ਗੁਰੂ ਰਵਿਦਾਸ ਜੀ ਦੇ ਨਾਮ ਤੇ ਇਕੱਤਰ ਹੋਣ ਦਾ ਸਮਾਂ ਦੇ ਦਿੱਤਾ ਹੈ। ਤੇ ਗੁਰੂ ਪ੍ਰੇਮੀਓ, ਉਹ ਮਹਾਨ ਮਹਾਪੁਰਸ਼ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ, ਔਰ ਇਸ ਸਮਾਜ ਦੇ ਅੰਦਰ ਜੋ ਲੋਕ ਸਾਡੀ ਏਕਤਾ ਨੂੰ ਨਹੀਂ ਦੇਖ ਸਕੇ, ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਨਹੀਂ ਦੇਖ ਸਕੇ, ਕਹਿੰਦੇ ਉਹ ਮਾਨਵਤਾ ਦੇ ਵਿਰੋਧੀ ਲੋਕਾਂ ਨੇ ਸੰਤ ਰਾਮਾਨੰਦ ਮਹਾਰਾਜ ਜੀ ਅਤੇ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਉੱਪਰ ਵਿਆਨਾਂ ਦੇ ਅੰਦਰ ਹਮਲਾ ਕਰ ਦਿੱਤਾ। ਤੇ ਗੁਰੂ ਪ੍ਰੇਮੀਓ, ਉਸ ਹਮਲੇ ਦੀ ਸਥਾਨ ਦੇ ਉੱਪਰ ਦਾਸ ਨੇ ਜਾ ਕੇ ਦੇਖਿਆ, ਉੱਥੇ ਅੱਜ ਵੀ ਦੀਵਾਰਾਂ ਦੇ ਵਿੱਚ ਉਹ ਗੋਲੀਆਂ ਲੱਗੀਆਂ ਹੋਈਆਂ। ਔਰ ਗੁਰੂ ਪ੍ਰੇਮੀਓ, ਉਸ ਸਮੇਂ ਜਿਨ੍ਹਾਂ ਮਾਵਾਂ ਦੇ ਪੁੱਤਰ ਵਿਛੜ ਗਏ, ਵਿਜੇ ਕੁਮਾਰ ਜੀ, ਬਲਕਾਰ ਜੀ, ਤੇਲੂ ਰਾਮ ਜੀ, ਰਜਿੰਦਰ ਕੁਮਾਰ ਜੀ ਆਦਿਕ, ਉਹ ਸਾਡੀ ਕੌਮ ਦੇ ਹੀਰੇ ਸਾਨੂੰ ਨਹੀਂ ਲੱਭਣੇ, ਪਰ ਅਸੀਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਅਜੇ ਤੱਕ ਸਹੀ ਰੂਪ ਦੇ ਵਿੱਚ ਪਹਿਚਾਨ ਨਹੀਂ ਸਕੇ, ਕਿਉਂਕਿ ਅਸੀਂ ਅਜੇ ਤੱਕ ਏਕਤਾ ਜੋ ਸੰਤ ਰਾਮਾਨੰਦ ਜੀ ਚਾਹੁੰਦੇ ਸੀ, ਉਹ ਏਕਤਾ ਬਣਾਉਣ ਦੇ ਵਿੱਚ ਅਸਫਲ ਹਾਂ। ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ ਸਾਨੂੰ ਇੱਕ ਅਨਮੋਲ ਧਰਮ ਦਿੱਤਾ ਹੈ, ਰਵਿਦਾਸੀਆ ਧਰਮ। ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਇਹ ਧਰਮ ਹੈ ਜੋ ਗੁਰੂ ਰਵਿਦਾਸ ਮਹਾਰਾਜ ਜੀ ਤੇ ਆਦਿ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ। ਤੇ ਉਹ ਧਰਮ ਆਪ ਸਭ ਦੇ ਲਈ ਇਸ ਲਈ ਆਇਆ ਕਿ ਤੁਸੀਂ ਧਾਰਮਿਕ ਤੌਰ ਤੇ ਆਪਣੀ ਸੋਚ ਨੂੰ ਆਜ਼ਾਦ ਕਰੋ, ਆਪਣੀ ਸੋਚ ਨੂੰ ਧਾਰਮਿਕ ਗੁਲਾਮੀ ਤੋਂ ਦੂਰ ਕਰੋ। ਤੇ ਗੁਰੂ ਪ੍ਰੇਮੀਓ, ਅਸੀਂ ਸਾਡੇ ਕੋਲ ਅੱਜ ਉਹ ਮਹਾਨ ਰਹਿਬਰ ਬੈਠੇ ਹਨ ਜਿਨ੍ਹਾਂ ਨੇ ਆਪਣੇ ਸਰੀਰ ਤੇ ਗੋਲੀਆਂ ਖਾਧੀਆਂ ਗੁਰੂ ਰਵਿਦਾਸ ਜੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ, ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ। ਪਰ ਅਸੀਂ ਅੱਜ ਮੰਨ ਲਓ ਕਿ ਇੱਕ ਪਿਓ ਦੇ ਸਾਹਮਣੇ ਪੁੱਤਰ ਆਪਸ ਵਿੱਚ ਹੀ ਲੜਦੇ ਹੋਣ ਤੇ ਪਿਓ ਉਹਨਾਂ ਪੁੱਤਰਾਂ ਦੀ ਖਾਤਰ ਆਪਣੇ ਸਰੀਰ ਦੇ ਉੱਤੇ ਦੁੱਖ ਝੱਲਦਾ ਹੈ, ਤਕਲੀਫਾਂ ਝੱਲਦਾ ਹੈ, ਆਪ ਨੰਗੇ ਮੰਜੇ ਤੇ ਪੈਂਦਾ ਹੈ, ਆਪਣੇ ਬੱਚਿਆਂ ਨੂੰ ਸਹੀ ਬੈੱਡ ਤੇ ਸਲਾਉਂਦਾ ਹੈ। ਤੇ ਗੁਰੂ ਪ੍ਰੇਮੀਓ, ਜਦੋਂ ਬੱਚੇ ਆਪਸ ਵਿੱਚ ਹੀ ਲੜਦੇ ਹੋਣ ਤਾਂ ਉਸ ਪਿਓ ਦੇ ਮਨ ਤੇ ਕੀ ਬੀਤਦੀ ਹੋਏਗੀ। ਅੱਜ ਇਸ ਕੌਮ ਦੀ ਜੋ ਤਾਣਾ ਬਾਣੀ ਉਲਝ ਰਹੀ ਹੈ, ਉਸ ਨੂੰ ਦੇਖ ਕੇ ਮੇਰੇ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਹਿਰਦੇ ਤੇ ਉਹ ਕਿਸ ਤਰ੍ਹਾਂ ਬਲੂੰਦਰਦਾ ਹੋਏਗਾ, ਉਹ ਦਰਦ ਕਿਸ ਤਰ੍ਹਾਂ ਸਹਿੰਦੇ ਹੋਣਗੇ ਕਿ ਇਹਨਾਂ ਕੌਮ ਦੇ, ਇਹਨਾਂ ਲੋਕਾਂ ਦੇ ਲਈ ਅਸੀਂ ਗੋਲੀਆਂ ਖਾਂਦੇ ਰਹਿ ਗਏ। ਪਰ ਇਹ ਅੱਜ ਵੀ ਇੱਕ ਨਹੀਂ ਹੋ ਸਕੇ, ਅੱਜ ਵੀ ਕਮੇਟੀਆਂ ਦੇ ਵਿੱਚ ਆਪਸ ਵਿੱਚ ਹੀ ਵੰਡੀਆਂ ਪਾ ਕੇ ਬੈਠੇ। ਕਿਆ ਸੰਤ ਸਤਿਗੁਰੂ ਸਰਵਣ ਦਾਸ ਮਹਾਰਾਜ ਜੀ ਦੀ ਉਸ ਪਾਵਨ ਗੱਦੀ ਤੇ ਬਿਰਾਜਮਾਨ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਸਾਹਮਣੇ ਜਦੋਂ ਇਹ ਕੁਛ ਹੋ ਰਿਹਾ ਤੇ ਉਹਨਾਂ ਦੇ ਮਨ ਨੂੰ ਕਿੰਨੀ ਸੱਟ ਲੱਗਦੀ ਹੋਏਗੀ। ਤਾਂ ਕੀ ਅਸੀਂ ਆਪਣੇ ਗੁਰਾਂ ਦੇ ਅੱਗੇ, ਉਹਨਾਂ ਦੇ ਅੱਗੇ ਸਿਰ ਚੁੱਕਣ ਦੇ ਕਾਬਿਲ ਹਾਂ? ਕਿਉਂਕਿ ਅਸੀਂ ਸੰਤਾਂ ਨੂੰ ਵਪਾਰ ਦਾ ਸਾਧਨ ਬਣਾ ਲਿਆ ਹੈ, ਅਸੀਂ ਸੰਤਾਂ ਨੂੰ ਬਿਜ਼ਨਸ ਦਾ ਸਾਧਨ ਬਣਾ ਲਿਆ ਹੈ। ਇਸ ਲਈ ਕੌਮ ਮੇਰੀ ਦੇ ਲੋਕੋ, ਸੰਤਾਂ ਨੂੰ ਉਹ ਪਰਮ ਧਾਮ ਦਾ ਗਿਆਨ ਹੈ, ਉਸ ਗਿਆਨ ਨੂੰ ਬਖਸ਼ਿਸ਼ ਕਰਾਓ ਆਪਣੇ ਸਰੀਰ ਦੇ ਉੱਪਰ, ਉਹ ਕਿਰਪਾ ਲਓ। ਸੰਤਾਂ ਦੇ ਨਾਮ ਦੇ ਉੱਤੇ ਆਪਸ ਵਿੱਚ ਹੀ ਮਤ ਲੜੋ, ਕਿਉਂਕਿ ਸੰਤਾਂ ਦੇ ਹਿਰਦੇ ਪਹਿਲੇ ਹੀ ਬਹੁਤ ਦੁੱਖਾਂ ਦੇ ਨਾਲ, ਜਿਨ੍ਹਾਂ ਨੇ ਸੀਨਿਆਂ ਤੇ ਗੋਲੀਆਂ ਖਾਧੀਆਂ, ਜਿਨ੍ਹਾਂ ਨੇ ਮੌਤ ਨੂੰ ਬਹੁਤ ਨੇੜਿਓਂ ਤੱਕਿਆ, ਜੋ ਮੌਤ ਦੀ ਆਗੋਸ਼ ਤੋਂ ਵਾਪਸ ਆਏ ਹਨ, ਉਹਨਾਂ ਦੇ ਦਿਲ ਦੇ ਦਰਦ ਜਿਹੜੇ ਹੈ ਉਹ ਜਾਣਨੇ ਤਦ ਹੀ ਜਾਣ ਸਕਦੇ ਹਾਂ ਜੇ ਅਸੀਂ ਉਹਨਾਂ ਹਾਲਾਤਾਂ ਵਿੱਚ ਹੀ ਗੁਜ਼ਰੀਏ। ਇਸ ਲਈ ਗੁਰੂ ਪ੍ਰੇਮੀਓ, ਅਗਰ ਕਿਸੇ ਦਿਨ ਸੰਤਾਂ ਦੀ ਇਹੋ ਜਿਹੀ ਕੋਈ ਮਨ ਚੋਂ ਦੁਆ ਨਿਕਲ ਗਈ ਤਾਂ ਅਸੀਂ ਸਾਰੇ ਹੀ ਬਰਬਾਦੀ ਵੱਲ ਜਾਵਾਂਗੇ। ਇਸ ਲਈ ਸਾਡਾ ਫਰਜ਼ ਹੈ ਕਿ ਜਿੰਨਾ ਚਿਰ ਮਹਾਰਾਜ ਸਤਿਗੁਰੂ ਨਿਰੰਜਨ ਦਾਸ ਸਾਡੇ ਸਾਹਮਣੇ ਹਨ ਤਾਂ ਸਾਨੂੰ ਦਿਲੋਂ, ਤਨੋਂ, ਮਨੋਂ, ਧਨੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ।
ਇਹੋ ਜਿਹਾ ਕੰਮ ਕੋਈ ਨਾ ਹੋਵੇ ਜਿਸ ਦੇ ਨਾਲ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਮਨ ਨੂੰ ਸੱਟ ਲੱਗੇ। ਉਹਨਾਂ ਦੇ ਮਨ ਨੂੰ ਤੇ ਪਹਿਲੇ ਹੀ ਬਹੁਤ ਵੱਡਾ ਦੁੱਖ ਹੈ ਕਿ ਜੋ ਉਹਨਾਂ ਦੇ ਨਾਲ ਸਾਥੀ, ਉਹਨਾਂ ਦੇ ਨਾਲ ਤੁਰਨ ਫਿਰਨ ਵਾਲੇ, ਉਹਨਾਂ ਦੇ ਨਾਲ ਆਉਣ ਜਾਣ ਵਾਲੇ, ਉਹਨਾਂ ਦੇ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੋਢੇ ਨਾਲ ਮੋਢਾ ਲਾ ਕੇ ਵਧਾਉਣ ਵਾਲੇ ਉਹ ਮਹਾਪੁਰਸ਼ ਜਿਨ੍ਹਾਂ ਦਾ ਵਿਛੋੜਾ ਪੈ ਗਿਆ, ਕੀ ਇਹੋ ਜਿਹੇ ਵਿਛੋੜੇ ਜਰੇ ਜਾ ਸਕਦੇ ਐ? ਇਸ ਲਈ ਕੌਮ ਮੇਰੀ ਦਿਓ, ਵੀਰੋ ਤੇ ਭੈਣੋ, ਕਿਰਪਾ ਕਰੋ ਆਪਸ ਵਿੱਚ ਹੀ ਵੰਡੀਆਂ ਨੂੰ ਬੰਦ ਕਰਕੇ ਏਕੇ ਦੇ ਮਿਸ਼ਨ ਨੂੰ ਸਮਰਪਿਤ ਹੋ ਜਾਓ। ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਖਾਧੀਆਂ ਹੋਈਆਂ ਗੋਲੀਆਂ ਦਾ ਮੁੱਲ ਮੋੜਨ ਦਾ ਸਮਾਂ ਇਹੀ ਹੈ ਕਿ ਏਕੇ ਦੇ ਗੁਣ ਸ਼ਹਿਦ ਦੀਆਂ ਮੱਖੀਆਂ ਤੋਂ ਸਿੱਖ ਲਓ। ਬੋਲ ਗੁਰੂ ਰਵਿਦਾਸ ਦੇ ਇਸ ਮਨ ਤੇ ਲਿਖ ਲਓ, ਏਕੇ ਵਿੱਚ ਨੇ ਬਰਕਤਾਂ, ਏਕੇ ਬਾਰੇ ਸੋਚੋ, ਇਕੱਲੇ ਇਕੱਲੇ ਹੋ ਕੇ ਮਾਰਾ ਖਾਂਦੇ ਹੋ ਲੋਕੋ, ਇੱਕ ਹੋ ਜਾਓ। ਜੂਨਟੀ ਇਜ ਦਾ ਸਟਰੈਂਥ। ਆਪ ਜੀ ਨੇ ਪਹਿਲਾਂ ਕਥਾ ਸੁਣੀ ਹੈ ਨਾ ਕਿ ਦੁੱਧ ਤੋਂ ਦਹੀਂ, ਦਹੀਂ ਤੋਂ ਮੱਖਣ, ਮੱਖਣ ਤੋਂ ਘਿਓ। ਜਿਹੜਾ ਵਿਪਰੀਤ ਪ੍ਰਸਥਿਤੀਆਂ ਭਾਵ ਅੱਗ ਦੇ ਉੱਤੇ ਵੀ ਸੜ ਗਿਆ, ਭਾਵ ਖਟਿਆਂਦ ਨੂੰ ਵੀ ਆਪਣੇ ਅੰਦਰ ਜਰ ਗਿਆ, ਪਰ ਜਿਉਂ-ਜਿਉਂ ਹੀ ਉਹ ਤਪਦਾ ਗਿਆ ਉਸ ਦੀ ਕੀਮਤ ਵੱਧ ਗਈ, ਪਰ ਟਿਕਿਆ ਇੱਕੋ ਹੀ ਜਗ੍ਹਾ ਤੇ ਰਿਹਾ ਉਸੇ ਰੰਗ ਦੇ ਵਿੱਚ ਹੈ। ਇਸ ਕਰਕੇ ਜਿਹੜਾ ਗੁਰੂ ਰਵਿਦਾਸ ਜੀ ਦੇ ਰੰਗ ਦੇ ਵਿੱਚ ਰਹੇਗਾ ਉਸ ਦਾ ਹੀ ਮੁੱਲ ਇਸ ਸੰਸਾਰ ਦੇ ਅੰਦਰ ਵਧੇਗਾ। ਅਨਿਆਥਾ ਜਿਹੜਾ ਆਪਣੇ ਮਤਲਬ ਦੇ ਲਈ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਛੱਡ ਦੇਵੇਗਾ, ਗੁਰੂ ਰਵਿਦਾਸ ਜੀ ਦੀ ਸੋਚ ਨੂੰ ਤਿਆਗ ਦੇਵੇਗਾ, ਉਹ ਇਨਸਾਨ ਇਸ ਧਰਤੀ ਦੇ ਉੱਤੇ ਰੁਲ ਜਾਵੇਗਾ। ਆਪਣੇ ਗੁਰੂ ਦੇ ਸਿਧਾਂਤਾਂ ਤੋਂ ਕਦੇ ਬੇਮੁਖ ਮਤ ਹੋਣਾ। ਇਸ ਲਈ ਉਸ ਸਮੇਂ ਦਾ ਜਿਸ ਸਮੇਂ ਸਤਿਗੁਰੂ ਮਹਾਰਾਜ ਜੀ ਬਿਆਨਾਂ ਦੇ ਅੰਦਰ ਪ੍ਰਚਾਰ ਕਰਨ ਵਾਸਤੇ ਗਏ, ਕੋਈ ਧਰਮ ਦੇ ਲਈ ਸੰਤ ਮਹਾਪੁਰਸ਼ਾਂ ਨੇ ਦੇਖੋ ਉਸ ਸਮੇਂ ਆਪਣੀ ਕੁਰਬਾਨੀ ਦਿੱਤੀ, ਇਸ ਕੌਮ ਦੇ ਏਕੇ ਲਈ, ਪ੍ਰਚਾਰ ਤੇ ਪ੍ਰਸਾਰ ਦੇ ਲਈ। ਸੰਤ ਮਹਾਪੁਰਸ਼ਾਂ ਨੇ ਉੱਥੋਂ ਦੀਆਂ ਦੌਲਤਾਂ ਜਾਇਦਾਦਾਂ ਉੱਥੇ ਹੀ ਬਖਸ਼ਿਸ਼ ਕਰ ਦਿੱਤੀਆਂ। ਪਰ ਗੁਰੂ ਪਿਆਰਿਓ, ਸੰਤ ਰਾਮਾਨੰਦ ਜੀ ਦੇ ਸਰੀਰ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਦੇਖਿਆ, ਦੱਸਦੇ ਕਿ ਜਿੰਨੀਆਂ ਗੋਲੀਆਂ ਲੱਗੀਆਂ ਛਾਤੀ ਤੇ ਲੱਗੀਆਂ, ਪਿੱਠ ਤੇ ਕੋਈ ਗੋਲੀ ਨਹੀਂ ਸੀ। ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਸਾਹਮਣੇ ਬੈਠੇ ਐ, ਕੌਮ ਦੀ ਖਾਤਰ ਹਰ ਮੁਸੀਬਤ ਆਪਣੇ ਸੀਨੇ ਤੇ ਜਰ ਲਈ ਹੈ ਤੇ ਇਸ ਕੌਮ ਦੇ ਏਕੇ ਦੇ ਮਹਿਲ ਉਸਾਰਨ ਵਾਸਤੇ ਆਪਣੀ ਕੁਰਬਾਨੀ, ਆਪਣੇ ਸਰੀਰ ਨੂੰ ਤਿਆਗ ਦਿੱਤਾ ਹੈ ਸੰਤ ਰਾਮਾਨੰਦ ਜੀ ਨੇ। ਇਸ ਲਈ ਕਵੀ ਦੀਆਂ ਚੰਦ ਲਾਈਨਾਂ ਵਿੱਚ ਬਿਆਨਾ ਪਿਆ ਵਿਛੋੜਾ ਸੋਹਣੇ ਸੰਤ ਸਿਪਾਹੀ ਦਾ, ਕੌਮ ਨੂੰ ਦੱਸ ਗਏ ਕੌਮ ਦਾ ਕਰਜ਼ਾ ਕਿੰਜ ਹੈ ਸਿਰ ਤੋਂ ਲਾਹੀ ਦਾ। ਉਹ ਕੌਮ ਦਾ ਕਰਜ਼ਾ ਕਿਸ ਤਰ੍ਹਾਂ ਉਤਾਰਨਾ ਹੈ ਸੰਤ ਰਾਮਾਨੰਦ ਜੀ ਸਾਨੂੰ ਸਮਝਾਉਣਾ ਕਰਕੇ ਗਏ ਹਨ। ਆਓ ਉਸ ਕਰਜ਼ੇ ਨੂੰ ਉਤਾਰਨ ਵਾਸਤੇ ਇਹ ਜੁਗਤ, ਇਹ ਬਿਉਂਤ ਜੋ ਸਤਪਾਲ ਸਾਲੋਂ ਜੀ ਦੀ ਕਲਮ ਤੋਂ ਹੈ, ਉਸ ਨੂੰ ਸਰਵਣ ਕਰੀਏ ਤੇ ਆਪ ਅਡਾਪਟ ਕਰੀਏ ਜੀ। ਵਿੱਚ ਬਿਆਨਾ ਪਿਆ ਵਿਛੋੜਾ ਸੋਹਣੇ ਸੰਤ ਸਿਪਾਹੀ ਦਾ, ਕੌਮ ਨੂੰ ਦੱਸ ਗਏ ਕੌਮ ਦਾ ਕਰਜ਼ਾ ਕਿੰਜ ਹੈ ਸਿਰ ਤੋਂ ਲਾਹੀ ਦਾ। ਵਿੱਚ ਬਿਆਨਾ ਪਿਆ ਵਿਛੋੜਾ, ਵਿੱਚ ਬਿਆਨਾ ਪਿਆ ਵਿਛੋੜਾ ਸੋਹਣੇ ਸੰਤ ਸਿਪਾਹੀ ਦਾ, ਕੌਮ ਨੂੰ ਦੱਸ ਗਏ ਕੌਮ ਦਾ ਕਰਜ਼ਾ ਕਿੰਜ ਹੈ ਸਿਰ ਤੋਂ ਲਾਹੀ ਦਾ। ਕੌਮ ਨੂੰ ਦੱਸ ਗਏ ਕੌਮ ਦਾ ਕਰਜ਼ਾ ਕਿੰਜ ਹੈ ਸਿਰ ਤੋਂ ਲਾਹੀ ਦਾ। ਵਿੱਚ ਬਿਆਨਾ ਪਿਆ ਵਿਛੋੜਾ, ਵਿੱਚ ਬਿਆਨਾ ਪਿਆ ਵਿਛੋੜਾ ਸੋਹਣੇ ਸੰਤ ਸਿਪਾਹੀ ਦਾ, ਕੌਮ ਨੂੰ ਦੱਸ ਗਏ ਕੌਮ ਦਾ ਕਰਜ਼ਾ ਕਿੰਜ ਹੈ ਸਿਰ ਤੋਂ ਲਾਹੀ ਦਾ। ਕੌਮ ਨੂੰ ਦੱਸ ਗਏ ਕੌਮ ਦਾ ਕਰਜ਼ਾ ਕਿੰਜ ਹੈ ਸਿਰ ਤੋਂ ਲਾਹੀ ਦਾ। ਜਿਨ੍ਹਾਂ ਨੂੰ ਆਪਣੇ ਆਸਾਨ ਸਮਝਿਆ ਉਹਨਾਂ ਨੇ ਵੈਰ ਕਮਾਏ ਨੇ।
जिन्हां नूं अपने आसान समझिया उन्हां ने वैर कमाए ने। साडी कौम दे अखी हंजू उन्हां गदारां पाए ने। साडी कौम दे अखी हंजू उन्हां गदारां पाए ने। जय गुरुदेव दी जय गुरुदेव दी, जय गुरुदेव दी जय गुरुदेव दी, कह के फर्ज निभाई दा। कौम नूं दस गए कौम दा करजा किंज है सिर तो लाही दा। कौम नूं दस गए कौम दा करजा किंज है सिर तो लाही दा। बिच बयाना पिया विछोड़ा, बिच बयाना पिया विछोड़ा, सोहणे संत सिपाही दा। कौम नूं दस गए कौम दा करजा किंज है सिर तो लाही दा। कौम नूं दस गए कौम दा करजा किंज है सिर तो लाही दा। सालों दे सतपाल प्यारे करदे नेक कमाई जो। सालों दे सतपाल प्यारे करदे नेक कमाई जो। बिच बयाना सतसंग करदे कर गहने रसवाई जो। बिच बयाना सतसंग करदे कर गहने रसवाई जो। ऐसे संतां दे चरनां विच, ऐसे संतां दे चरनां विच तन मन पेट चढ़ाई दा। कौम नूं दस गए कौम दा करजा किंज है सिर तो लाही दा। कौम नूं दस गए कौम दा करजा किंज है सिर तो लाही दा। बिच बयाना पिया विछोड़ा, बिच बयाना पिया विछोड़ा, सोहणे संत सिपाही दा। कौम नूं दस गए कौम दा करजा किंज है सिर तो लाही दा। कौम नूं दस गए कौम दा करजा किंज है सिर तो लाही दा। कौम नूं दस गए कौम दा करजा किंज है सिर तो लाही दा। तेरे ਅੱਜ ਵੀ ਜਦੋਂ ਅਸੀਂ ਆਪਣੀ ਕੌਮ ਤੋਂ ਦੂਰ ਜਾਂਦੇ ਹਾਂ, ਆਪਣੀ ਘਰ ਨੂੰ ਛੱਡ ਕੇ ਕਿਸੇ ਦੂਸਰੇ ਘਰ ਦੇ ਵਿੱਚ ਬੈਠਦੇ ਹਾਂ ਤੇ ਸਾਨੂੰ ਕਦੇ ਉਹ ਸਨਮਾਨ ਉਹ ਸਤਿਕਾਰ ਨਹੀਂ ਮਿਲਦਾ। ਕਿਉਂਕਿ ਜੋ ਸੁੱਖ ਆਪਣੇ ਘਰ ਦੇ ਵਿੱਚ ਹੈ, ਜੋ ਆਨੰਦ ਆਪਣੇ ਘਰ ਦੇ ਵਿੱਚ ਹੈ, ਉਹ ਕਦੇ ਦੂਸਰੇ ਦੇ ਘਰ ਦੇ ਵਿੱਚ ਨਹੀਂ ਆਉਂਦਾ। ਇਸ ਲਈ ਅੱਜ ਰਵਿਦਾਸੀਆ ਧਰਮ ਸਾਡਾ ਆਪਣਾ ਧਰਮ ਹੈ, ਸਾਡਾ ਆਪਣਾ ਘਰ ਹੈ। ਅੱਜ ਸਾਨੂੰ ਸਾਡੇ ਧਰਮ ਦੇ ਵਿੱਚ ਬੈਠ ਕੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਅੱਜ ਸਾਨੂੰ ਸਾਡੀ ਕੌਮ ਦੇ ਆਪਣੇ ਲੋਕ, ਆਪਣੇ ਮੋਹਤਬਾਰ ਬੰਦੇ ਸਾਨੂੰ ਸਿੱਖਿਆ ਦੇ ਰਹੇ ਹਨ, ਸਾਡੇ ਲਈ ਨਿਯਮ ਬਣਾ ਦਿੱਤੇ ਹੈ ਕਿ ਭਾਈ ਨਾਮ ਜਪਣਾ। ਰਵਿਦਾਸੀਆ ਧਰਮ ਦੇ ਨਿਯਮ ਪੜ੍ਹ ਕੇ ਦੇਖ ਲਓ। ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਨੂੰ ਮਾੜਾ ਨਹੀਂ ਬੋਲਣਾ, ਸਭ ਦੇ ਨਾਲ ਪ੍ਰੇਮ ਦੇ ਨਾਲ ਰਹਿਣਾ। ਤੇ ਸਾਡਾ ਧਾਰਮਿਕ ਗ੍ਰੰਥ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਅੰਮ੍ਰਿਤ ਬਾਣੀ। ਤੇ ਗੁਰੂ ਪ੍ਰੇਮੀਓ, ਹੁਣ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹਾਂ ਤਾਂ ਅਸੀਂ ਕਦੇ ਦੂਸਰੇ ਦੀ ਈਨ ਕਦੇ ਨਹੀਂ ਮੰਨਾਂਗੇ। ਇਸ ਲਈ ਆਪਣਾ ਘਰ ਹਮੇਸ਼ਾ ਸਵਰਗ ਦਾ ਹੀ ਹੁੰਦਾ ਹੈ, ਸਵਰਗ ਹੀ ਹੁੰਦਾ ਹੈ। ਤੇ ਤੁਹਾਡਾ ਆਪਣਾ ਧਰਮ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਇਹ ਧਰਮ ਰਵਿਦਾਸੀਆ ਧਰਮ ਹੈ। ਤੇ ਅਸੀਂ ਜੰਮੇ ਹੁਣ ਇਸ ਵਿੱਚ ਆ ਤਾਂ ਮਰਨਾ ਵੀ ਇਸ ਦੇ ਵਿੱਚ ਹੀ ਹੈ। ਇਸ ਲਈ ਗੁਰੂ ਪ੍ਰੇਮੀਓ, ਇਹ ਧਰਮ ਸਾਡਾ ਆਪਣਾ ਧਰਮ ਹੈ। ਇਸ ਧਰਮ ਦੇ ਵਿੱਚ ਜਨਮ ਲਿਆ, ਇਸ ਧਰਮ ਦੇ ਆਪਣੇ ਘਰਾਂ ਦੇ ਵਿੱਚ ਬਾਬਾ ਸਾਹਿਬ ਜੀ ਦੀ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਜ਼ਰੂਰ ਲਗਾਓ।
ਕਹਿੰਦੇ ਕਿ ਇੱਕ ਵਾਰ ਕਿਸੇ ਨੇ ਆਪਣੇ ਘਰ ਦੇ ਵਿੱਚ ਹਿੰਦੂ ਦੇਵੀ ਦੇਵਤੇ ਦੀ ਮੂਰਤੀ ਲਾ ਲਈ, ਕੋਈ ਫੋਟੋ ਲਾ ਲਈ। ਤਾਂ ਬੇਟਾ ਪੁੱਛਦਾ, ਪਿਤਾ ਜੀ ਇਹ ਕੀ ਹੈ? ਤਾਂ ਉਹ ਬੱਚਾ ਜਦੋਂ ਵੱਡਾ ਹੋਇਆ ਤਾਂ ਉਸੇ ਮਾਨਸਿਕ ਗੁਲਾਮੀ ਦੇ ਵਿੱਚ ਚਲਾ ਗਿਆ। ਤੇ ਦੂਸਰੇ ਪਾਸੇ ਇੱਕ ਇਨਸਾਨ ਨੇ ਆਪਣੇ ਘਰ ਦੇ ਵਿੱਚ ਬਾਬਾ ਸਾਹਿਬ ਜੀ ਦੀ ਤਸਵੀਰ ਲਗਾਈ। ਹੁਣ ਦੀ ਤਾਜੀ ਘਟਨਾ ਹੈ ਕਿ ਜੋ ਗੁਜਰਾਤ ਦੇ ਅੰਦਰ ਜਿਹੜੀ ਬੇਟੀ ਨੇ 97% ਨੰਬਰ ਲਏ ਹੈ, ਉਹ ਉਹਨਾਂ ਦਾ ਡੈਡੀ ਜਿਹੜਾ ਜੋੜੇ ਗੰਢਦਾ ਹੈ। ਉਸ ਦੇ ਘਰ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਲੱਗੀ ਹੋਈ ਹੈ। ਕਹਿੰਦੇ ਕਿ ਜਦੋਂ ਮੇਰੀ ਬੇਟੀ ਪੁੱਛਦੀ ਕਿ ਪਿਤਾ ਜੀ ਇਹ ਕੌਣ ਹੈ, ਤਾਂ ਮੈਂ ਦੱਸਦਾ ਕਿ ਦੁਨੀਆ ਦਾ ਸਰਵੋਤਮ ਪੜ੍ਹਿਆ ਲਿਖਿਆ ਇਨਸਾਨ ਹੈ। ਤਾਂ ਜੋ ਉਸ ਦੀ ਬੇਟੀ ਪੂਰੀ ਦੁਨੀਆ ਦੇ ਵਿੱਚ, ਇੰਡੀਆ ਦੇ ਵਿੱਚ 97% ਨੰਬਰ ਲੈ ਕੇ ਪਾਸ ਹੋ ਰਹੀ ਹੈ। ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਅਗਰ ਜੇ ਪੜ੍ਹਾਉਣਾ ਚਾਹੁੰਦੇ, ਚੰਗੀ ਸਿੱਖਿਆ ਦੇਣੀ ਚਾਹੁੰਦੇ, ਤਾਂ ਘਰ ਦੇ ਵਿੱਚ ਤਸਵੀਰਾਂ ਵੀ ਉਹਨਾਂ ਰਹਿਬਰਾਂ ਦੀਆਂ ਲਾਓ ਜਿਹੜੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸ ਕੇ ਗਏ, ਜਿਹੜੇ ਸਾਨੂੰ ਮਾਨਸਿਕ ਗੁਲਾਮੀ ਦੇ ਰਹੇ, ਉਹਨਾਂ ਤੋਂ ਦੂਰ ਹੋ ਜਾਓ। ਇਸ ਲਈ ਆਪਣੇ ਘਰ ਦੇ ਵਿੱਚ ਗੁਰੂ ਰਵਿਦਾਸ ਜੀ ਦੀ ਤਸਵੀਰ ਜ਼ਰੂਰ ਲਗਾਓ, ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਪ੍ਰਾਪਤ ਕਰੋ ਔਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਜ਼ਰੂਰ ਲਗਾਓ। ਅਨਿਆਥਾ ਅੱਜ ਸਾਡੇ ਘਰਾਂ ਦੀਆਂ ਦੀਵਾਰਾਂ ਤੇ ਬੇਗਾਨੀਆਂ ਤਸਵੀਰਾਂ ਨੇ। ਅੱਖਾਂ ਖੋਲ ਕੇ ਵੇਖੋ ਜਰਾ, ਕਿਨਾਂ ਬਦਲੀਆਂ ਖੋਟੀਆਂ ਤਕਦੀਰਾਂ ਨੇ। ਬਾਣੀ ਦੇ ਉੱਚੇ ਸੁੱਚੇ ਫਲਸਫੇ ਨੂੰ ਜੇ ਅੰਨੀ ਸ਼ਰਧਾ ਵਿੱਚ ਵਹਾ ਦਿੱਤਾ, ਮਿਟ ਜਾਵਾਂਗੇ ਦੁਨੀਆ ਦੇ ਤਖਤੇ ਤੋਂ ਜੇ ਗੁਰੂ ਰਵਿਦਾਸ ਭੁਲਾ ਦਿੱਤਾ। ਇਸ ਲਈ ਆਪਣੇ ਰਹਿਬਰ ਨੂੰ ਹਮੇਸ਼ਾ ਯਾਦ ਰੱਖਣਾ ਹੈ ਤੇ ਆਪਣੇ ਰਹਿਬਰ ਦਾ ਜੋ ਮਿਸ਼ਨ ਤੁਹਾਡੇ ਤੱਕ ਪਹੁੰਚਾਉਂਦੇ ਹਨ, ਤੁਹਾਡੇ ਗੁਰੂ ਦੀ, ਤੁਹਾਡੀ ਕੌਮ ਦੇ ਉਹ ਮਹਾਨ ਰਹਿਬਰ ਦੀ ਗੱਲ ਜੋ ਤੁਹਾਡੇ ਤੱਕ ਪਹੁੰਚਾਉਂਦੇ, ਇਹੋ ਜਿਹੇ ਮਹਾਪੁਰਸ਼, ਇਹੋ ਜਿਹੇ ਸੰਤਾਂ ਨੂੰ ਹਮੇਸ਼ਾ ਆਪਣੇ ਨਜ਼ਦੀਕ ਰੱਖਣਾ ਹੈ। ਅਤੇ ਉਹ ਸੰਤ ਸਾਡੇ ਪੰਜਾਬ ਦੇ ਵਿੱਚ ਹਨ। ਡੇਰਾ ਸੱਚਖੰਡ ਬੱਲਾ ਦੇ ਮਹਾਨ ਮਹਾਪੁਰਸ਼ ਸੰਤ ਸਤਿਗੁਰੂ ਸਰਵਣਦਾਸ ਮਹਾਰਾਜ ਜੀ ਦੀ ਗੱਦੀ ਨਿਸ਼ਾਨ, ਸੰਤ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ, ਜੋ ਸਾਨੂੰ ਸਾਡੀ ਕੌਮ ਦੇ ਅਸਤਿਤਵ ਨੂੰ ਤੇ ਸਾਡੀ ਕੌਮ ਦੀ ਅਸਲੀਅਤ ਨੂੰ ਤੇ ਸਾਡੀ ਕੌਮ ਦੇ ਅਸਲ ਸਿਧਾਂਤ ਨੂੰ ਸਾਡੇ ਤੱਕ ਪਹੁੰਚਾਉਂਦੇ ਹਨ। ਐ ਗੁਰੂਦੇਵ, ਧੰਨ ਗੁਰੂਦੇਵ, ਗੁਰੂ ਪ੍ਰੇਮੀਓ, ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦਾ ਇੱਥੇ ਆਉਣ ਤੇ ਦਾਸ ਦੇ ਜਥੇ ਵੱਲੋਂ ਬਹੁਤ ਬਹੁਤ ਧੰਨਵਾਦ। ਔਰ ਮੈਂ ਧੰਨਵਾਦ ਕਰਦਾ ਹਾਂ ਜੋ ਸਾਡੇ ਕ੍ਰਾਂਤੀ ਟੀਵੀ ਦੀ ਟੀਮ ਇਸ ਪ੍ਰੋਗਰਾਮ ਦੀ ਕਵਰੇਜ ਕਰ ਰਹੀ ਹੈ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਦਾਸ ਦੇ ਜਥੇ ਵੱਲੋਂ ਧੰਨਵਾਦ ਹੈ।